ਢੋਲ ਆਪਣਾ ਢੋਲ ਪਾਤਸ਼ਾਹ ਸਾਹਾਂ ਦਾ ਸਾਹ ਬੈਠਿਆ ਸੋਹੀਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ ਪਾਸ ਬੈਠਿਆ ਸੋਹੀਆ ਦਾਵੇ ਸਾਹੋ ਇਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਨੌਵਾਂ ਗੁਣ ਗੋਬਿੰਦ ਗਾਇਓ ਨਹੀਂ ਕਹੋ ਨਾਨਕ ਹਰਿ ਭਜ ਮਨਾ ਜਿਹ ਬਿਦ ਜਲ ਕੋ ਮੀਨ ਵੇਖਿਆ ਸਿਉ ਕਾਹੇ ਰਚਿਓ ਨਿਮਕ ਨ ਹੋਏ ਉਦਾਸ ਕਹੋ ਨਾਨਕ ਭਜ ਹਰਿ ਮਨਾ ਕਰੈ ਨ ਜਮ ਕੀ ਪਾਸ ਕਰਨਾ ਪੋਇਓ ਹੀ ਗਇਓ ਜਿਉ ਜਰਾ ਤਨ ਜੀਤ ਕਹੋ ਨਾਨਕ ਭਜ ਹਰਿ ਮਨਾ ਔਦ ਜਾਤ ਹੈ ਬੀਤ ਬਿਰਦ ਭਇਓ ਸੂਝੈ ਨਹੀਂ ਕਾਲ ਪੂਜਿਓ ਆਨ ਕਹੋ ਨਾਨਕ ਨਰ ਬਾਵਰੇ ਜੋ ਨ ਭਜੈ ਭਗਵਾਨ ਧਨ ਦਾਰਾ ਸੰਪਤ ਸਗਲ ਜਿਦੇ ਆਪਣੀ ਕਰਮਾਨ ਐਨ ਮੈਂ ਕਛ ਸੰਗੇ ਨਹੀਂ ਨਾਨਕ ਸਾਚੀ ਜਾਨ ਪਤਤ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਥ ਕਹੋ ਨਾਨਕ ਤੇ ਜਾਣੀਐ ਸਦਾ ਬਸਤ ਤੁਮ ਸਾਥ ਤਨ ਧਨ ਜਿਹ ਤੋ ਕਉ ਦਿਓ ਕਾਸਿਓ ਨਿਹੋ ਨਕੀਨ ਕਹੋ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ਤਨ ਧਨ ਸੰਪੈ ਸੁਖ ਦਿਓ ਹਰ ਜੈ ਨੀਕੇ ਧਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਰਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਏ ਕਹੋ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ ਜਿਹ ਸਿਮਰਤ ਗਤ ਪਾਈਆ ਤੇ ਭਜ ਰੇ ਤੈ ਮੀਤ ਕਹੋ ਨਾਨਕ ਸੁਨ ਰੇ ਮਨਾ ਔਦ ਘਟਤ ਹੈ ਨੀਤ ਪਾਂਚ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜਿਹ ਤੇ ਉਪਜਿਓ ਨਾਨਕਾ ਦੀਨ ਤਾਹੇ ਮਹਿਮਾਨ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਹੋ ਨਾਨਕ ਤੇ ਭਜ ਮਨਾ ਭਉਨਿਦ ਉਤਰੈ ਪਾਰ ਸੁਖ ਦੁਖ ਜਿਹ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਸ ਤਤ ਨਿੰਦਿਆ ਨਾਹਿ ਜਿਹ ਕੰਚਨ ਲੋ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਭੈ ਕਾਹੂ ਕਉ ਦੇਤ ਨਹ ਲੈ ਪੈਮਾਨ ਧਿਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ
ਜਿਹ ਵਿਖਿਆ ਸਗਲੇ ਤਜੇ ਜੋ ਭੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਾਥੈ ਭਾਗ ਜਿਹ ਮਾਇਆ ਮਮਤਾ ਤਜੀ ਤਬ ਤੇ ਭਇਓ ਉਦਾਸ ਕਹੋ ਨਾਨਕ ਸੁਨ ਰੇ ਮਨਾ ਤੇ ਘਟ ਬ੍ਰਹਮ ਨਿਵਾਸ ਜਿਹ ਪ੍ਰਾਨੇ ਹਉ ਮੈਂ ਤਜੀ ਕਰਤਾ ਰਾਮ ਪਛਾਨ ਕਹੋ ਨਾਨਕ ਵਹ ਮੁਕਤ ਨਰ ਏ ਮਨ ਸਾਚੀ ਮਾਨ ਪੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ ਜਿਹ ਬਾਗੁਨ ਗੋਬਿੰਦ ਭਜਹੁ ਕਰਨ ਸੁਨੋ ਹਰ ਨਾਮ ਕਹੋ ਨਾਨਕ ਸੁਨ ਰੇ ਮਨਾ ਪਰਹਿ ਨ ਜਮ ਕੈ ਧਾਮ ਜੋ ਪ੍ਰਾਨੇ ਮਮਤਾ ਤਜੈ ਲੋਭ ਮੋਹ ਅਹੰਕਾਰ ਕਹੋ ਨਾਨਕ ਆਪਨ ਤਰਾ ਔਰ ਨ ਲੇਤ ਉਧਾਰ ਜੋ ਸੁਪਨਾ ਅਰ ਪੇਖਨਾ ਐਸੇ ਜਗ ਕਉ ਜਾਨ ਐਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਨੇ ਰਾਨੀ ਡੋਲਤ ਨੀਤ ਕੋਟਨ ਮੈਂ ਨਾਨਕ ਕੋ ਨਾਰਾਇਣ ਜੈ ਚੀਤ ਜੈਸੇ ਜਲ ਤੇ ਬੁੱਧ ਬੁੱਧਾ ਜੈ ਬਿਨ ਸੈ ਨੀਤ ਜਗ ਰਚਨਾ ਤੈਸੇ ਰਚੇ ਕਹੋ ਨਾਨਕ ਸੁਨ ਮੀਤ ਪ੍ਰਾਨੀ ਕਛੂ ਨਾ ਚੇਤਈ ਮਦ ਮਾਇਆ ਕੈ ਅੰਧ ਕਹੋ ਨਾਨਕ ਬਿਨ ਹਰ ਭਜਨ ਭਰਤ ਤਾਹੇ ਜਮ ਫੰਦ ਜੋ ਸੁਖ ਕਉ ਚਾਹੈ ਸਦਾ ਕਰਨ ਰਾਮ ਕੀ ਲੈ ਕਹੋ ਨਾਨਕ ਸੁਨ ਰੇ ਮਨਾ ਲਬ ਮਾਨੁਖ ਦੇ ਮਾਇਆ ਕਾਰਨ ਧਾਵਹੀ ਮੂਰਖ ਲੋਗ ਅਜਾਨ ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਦ ਰਹਿਓ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕਉਨੇ ਕਾਮ ਪ੍ਰਾਨੀ RAM ਨ ਚੇਤਈ ਮਦ ਮਾਇਆ ਕੈ ਅੰਧ ਕਹੋ ਨਾਨਕ ਹਰ ਭਜਨ ਬਿਨ ਭਰਤ ਤਾਹੇ ਜਮ ਫੰਦ ਸੁਖ ਮੈਂ ਬਹੁ ਸੰਗੀ ਦੁਖ ਪਏ ਮੈਂ ਸੰਗ ਨ ਕੋਏ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਭਰ ਮਤ ਫੇਰਿਓ ਮਿਟਿਓ ਨ ਜਮ ਕੋ ਤਰਾਸ ਕਹੋ ਨਾਨਕ ਹਰ ਭਜ ਮਨਾ ਨਿਰਭੈ ਪਾਵੈ ਬਾਸ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ ਦੁਰਮਤ ਸਿਉ ਨਾਨਕ ਫਦਿਓ ਰਾਖ ਲਿਓ ਭਗਵਾਨ ਬਾਲ ਜਵਾਨੀ ਅਰ ਬਿਰਦ ਫੋਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬੈਨ ਬਿਰਥਾ ਸਭ ਹੀ ਮਾਨ ਕਰਣੋ ਹੁਤੋ ਸੋ ਨਾ ਕੀਓ ਹਰਿਓ ਲੋਭ ਕੈ ਫੰਦ ਨਾਨਕ ਸਮਿਓ RAM ਗਇਓ ਅਬ ਕਿਉ ਰੋਵਤ ਅੰਧ ਮਨ ਮਾਇਆ ਮੈਂ RAM ਰਹਿਓ ਨਿਕਸਤ ਨਾਹਿਨ ਮੀਤ ਨਾਨਕ ਮੂਰਤ ਚਿਤਰ ਜਿਉ ਛਾੜਤ ਨਾਹਿਨ ਪੀਤ ਨਰ ਚਾਹਤ ਕਛ ਔਰ ਔਰੈ ਕੀ ਔਰੈ ਭਈ
ਚੈਤਵਤ ਰਹਿਓ ਠਗੌਰ ਨਾਨਕ ਫਾਸੀ ਗਲ ਪਾਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕਿਓ ਨ ਕੋਇ ਕਹੋ ਨਾਨਕ ਸੁਨ ਰੇ ਮਨਾ ਹਰ ਭਾਵੈ ਸੋ ਹੋਇ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਕਹੋ ਨਾਨਕ ਮਨ ਸਿਮਰਤੇ ਹੈ ਪੂਰਨ ਹੋਵੈ ਕਾਮ ਝੂਠੈ ਮਾਨ ਕਹਾਂ ਕਰੈ ਜਗ ਸੁਪਨੇ ਜਿਉ ਜਾਨ ਐਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ ਗਰਭ ਕਰਤ ਹੈ ਦੇਹ ਕੋ ਬਿਨ ਸਾਸ਼ਨ ਮੀਤ ਜਿਹ ਪ੍ਰਾਨੀ ਹਰ ਜਸ ਕਹਿਓ ਨਾਨਕ ਤਹਿ ਜਗ ਜੀਤ ਜਿਹ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤਿਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਇਹ ਪ੍ਰਾਨੀ ਕੈ ਨਾਹਿ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਏ ਬਿਦ ਹਰ ਭਜੋ ਇਕ ਮਨ ਹੋਇ ਇਕ ਚਿਤ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨਿਹਫਲ ਜਾਤ ਤਿਹ ਜੋ ਕੁੰਚਰ ਇਸ਼ਨਾਨ ਸਿਰ ਕੰਪਿਓ ਪਗ ਡਗ ਮਗੇ ਨੈਣ ਜੋਤ ਤੇ ਹੀਨ ਕਹੋ ਨਾਨਕ ਏ ਬਿਦ ਭਈ ਤੂਨ ਹਰ ਰਸ ਲੀਨ ਨਿਜ ਕਰ ਦੇਖਿਓ ਜਗਤ ਮੈਂ ਕਾਹੂ ਕੋ ਨਾਹੇ ਨਾਨਕ ਥਿਰ ਹਰ ਭਗਤ ਹੈ ਰਾਖੋ ਮਨ ਮਾਹੇ ਜਗ ਰਚਨਾ ਸਭ ਝੂਠ ਹੈ ਜਾਨ ਲਿਹੋ ਰੇ ਮੀਤ ਕਹਿ ਨਾਨਕ ਥਿਰ ਨਾ ਜੋ ਰਹਾ ਬਾਲੂ ਕੀ ਪੀਤ ਰਾਮ ਗਇਓ ਰਾਵਨ ਗਇਓ ਕੋ ਬਹੁ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਬਨੇ ਜੋ ਸੰਸਾਰ ਚਿੰਤਾ ਤਾਕੀ ਕੀਜੀਆ ਜਵਾਨ ਹੋਨੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਤੇਰ ਨਹੀਂ ਕੋਏ ਜੋ ਉਪਜਿਓ ਸੋ ਬਿਨਸ ਹੈ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਜਾਣ ਸਗਲ ਜੰਜਾਲ ਦੋਹਰਾ ਬਲ ਛੁਟ ਕਿਉ ਬੰਧਨ ਪਰੇ ਕਛੂ ਨ ਹੋਤ ਉਪਾਏ ਕਹੋ ਨਾਨਕ ਆਬ ਓਟ ਹਰ ਗਜ ਜਿਉ ਹੋ ਸਹਾਏ ਬਲ ਹੋਆ ਬੰਧਨ ਛੁਟੇ ਸਭ ਕਿਛ ਹੋਤ ਉਪਾਏ ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮਰੀ ਹੋਤ ਸਹਾਏ ਸੰਗ ਸਖਾ ਸਭ ਤਜ ਗਏ ਨਨ ਬਿਹੋ ਸਾਥ ਕਹੋ ਨਾਨਕ ਇਹ ਬਿਪਤ ਮੈਂ ਏਕ ਏਕ ਰਘੁਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਤਿਨ ਜਪਿਓ ਗੁਰਮੰਤ ਰਾਮ ਨਾਮ ਔਰ ਮੈਂ ਗਹਿਓ ਜਾ ਕੈ ਸਮ ਨਹੀਂ ਕੋਏ ਜਹ ਸਮਰਤ ਸੰਕਟ ਮਿਟਾ ਦਰਸ ਤੁਹਾਰੋ ਹੋਏ ਰਾਮ ਨਾਮ ਔਰ ਮੈਂ ਗਹਿਓ ਜਾ ਕੈ ਸਮ ਨਹੀਂ ਕੋਏ
जह से मरत संकट मिटाए दस तुहारो ਮੰਦਾਵਣੇ ਮਹੱਲਾ ਪੰਜਵਾ ਥਾਲ ਵਿੱਚ ਤੈਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰ ਜੇ ਕੋ ਖਾਵਾ ਜੇ ਕੋ ਪੁੰਚਾ ਤਿਸ ਕਾ ਹੋਏ ਉਧਾਰੋ ਇਹ ਤਜੀ ਨਹ ਜਾਈ ਨਿਤ ਨਿਤ ਰਾਖਿਓਰ ਤਾਰੋ ਤਮ ਸੰਸਾਰ ਚਰਨ ਲਗ ਤਰੀਆ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਾਇਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਪ ਹੈ ਆਠੋ ਨੰਦਨ ਪ੍ਰਥਮ ਰਾਗ ਪੈਰੋ ਵੈ ਕਰਹਿ ਪੰਚ ਰਾਗਨੀ ਸੰਗ ਉਚਰਹਿ ਪ੍ਰਥਮ ਭੈਰਵੀ ਬਿਲਾਵਲੀ ਪੁਨਿਆ ਕੀ ਗਾਵਹਿ ਬੰਗਲੀ ਪੁਨ ਅਸਲੇਖੀ ਕੀ ਭਈ ਬਾਰੀ ਇਹ ਪੈਰੋਂ ਕੀ ਪਾਚੋ ਨਾਰੀ ਪੰਚਮ ਹਰਖ ਦਿਸਾਖ ਸੁਣਾਵਹਿ ਬੰਗਾਲਮ ਮਧ ਮਾਧਵ ਗਾਵਹਿ ਲਲਤ ਬਲਾਵਲ ਗਾਵਹੀ ਆਪਣੇ ਆਪਣੇ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵਹਿ ਗਾਇਨ ਪਾਤਰ ਦੁਤੀਆ ਮਾਲ ਕੌਸ਼ਕ ਅਲਪ ਹੈ ਸੰਗ ਰਾਗਨੀ ਪਾਂਚੋਂ ਥਪ ਹੈ ਗੋਂਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਹੁਤੇ ਉਚਾਰੀ ਤਨਾਸਰੀ ਇਹ ਪਾਂਚੋਂ ਗਾਈ ਮਾਲ ਰਾਗ ਕੌਸ਼ਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਬਲ ਚੰਡ ਕੌਸ਼ਕ ਉਭਾਰਾ ਖਾਓ ਖਟ ਆਓ ਭਾਵਰਾ ਨਦ ਗਾਏ ਅਸ਼ਟ ਮਾਲ ਕੌਸ਼ਕ ਸੰਗ ਲਾਏ ਪੁੰਨ ਆਇਓ ਹੰਡੋਲ ਪੰਜ ਨਾਰ ਸੰਗ ਅਸ਼ਟ ਸੁਤ ਉਠ ਹੈ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਧੂਰ ਸੁਹਾਈ ਸਰਸ ਆਹੀਰੀ ਲੈ ਭਾਰ ਜਾ ਸੰਗ ਲਾਈ ਪਾਂਚੋਂ ਆਰ ਜਾ ਸੁਰਮਾਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਨ ਆਓ ਆਹੇ ਬਿਨੋਦਾ ਗਾਵਹਿ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁੰਨ ਆਈ ਦੀਪਕ ਕੀ ਬਾਰੀ ਕਸ਼ੇਲੀ ਪਟ ਮੰਜਰੀ ਟੋਡੀ ਕਹੀ ਅਲਾਪ ਕਾਮੋਂ ਦੀ ਆਓ ਗੂਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤਲ ਆਓ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗੌਰਾ ਆਓ ਕਾਨਰਾ ਕਲਿਆਣਾ ਅਸ਼ਟ ਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਗ ਵਹਿ ਗਾਵਹਿ ਪੰਚੋ ਸੰਗ ਬਰੰਗਨ ਲਾਵਹਿ ਬੈਰਾਰੀ ਕਰਨਾਟੀ ਧਰੀ ਗਵਰੀ ਗਾਵਹਿ ਆਸਾਵਰੀ ਤੇ ਪਾਛੈ ਸਿੰਧ ਵੀ ਅਲਾਪੀ ਸ੍ਰੀ ਰਾਗ ਸਿਉ ਪਾਚੋਂ ਥਾਪੀ ਸਾਲੂ ਸਾਰਗ ਸਾਗਰਾ ਔਰ ਗੋਂਡ ਗੰਭੀਰ
अष्टपुत्र श्री राग के गुंड कुंभ हमीर खस्त मेघ राग वह गावह पंचो संग बरंगन लावह सोरठ गोंड मलारी धुनि पुन गावह आशा गुन गुनी ऊंचा सुर सुहाव पुन कीनी मेघ राग स्यो पाचो चीनी बैरा धर गज धर केदारा जबली धर नाटयो जल तारा पुन गावह शंकर यो श्यामा मेघ राग पुत्रन के नामा खास्ट राग उन गाए संग रागनी तेसा सब है पुत्र रागन के 18 10 20 खास्ट राग उन गाए संग रागनी तीस सब पुत्र रागन के 18 10 20 वाहिगुरु जी का खालसा वाहिगुरु जी की फतेह। बोले सो निहाल स੍ਰੀ ਅਕਾਲ। ਆਨੰਦ ਸਾਹਿਬ ਪੜ੍ਹਦੇ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ। ਕਹੈ ਨਾਨਕ ਸੱਚੇ ਸਾਹਿਬ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ ਸਾਜ ਨਾਮ ਆਧਾਰ ਮੇਰਾ। ਜਨ ਭੁੱਖਾਂ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕੈ ਲਾਗੇ। ਕਹੈ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਭਰ ਪੂਰੇ। ਬਿਨਵੰਤ ਨਾਨਕ ਗੁਰ ਚਾਰਨ ਲਾਗੇ ਵਾਜੇ ਅਣਹਦ ਤੂਰੇ। ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਭਰ ਪੂਰੇ। ਬਿਨਵੰਤ ਨਾਨਕ ਗੁਰ ਚਾਰਨ ਲਾਗੇ ਵਾਜੇ ਅਣਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਓਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ
ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ ਨਾਹੋ ਜਤੀ ਸਤੀ ਨਹੀਂ ਪੜਿਆ। ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ। ਜਿਨ ਤੂ ਨਾਹੀ ਵੀਸਰਿਆ ਸੋ ਕਹੋ ਟਲ ਗੁਰ ਸੇਵੀਐ। ਅਹਨਿਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਬਸੰਤ ਸਵਰਗ ਲੋਕ ਹੈ। ਜਿਤ ਤੇ ਪ੍ਰਿਥਵੀ ਨਵ ਖੰਡਨ ਹੈ। ਬਿਸਰੰਤ ਹਰ ਗੋਪਾਲ ਹੈ। ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਕੌਤਕ ਕੋਡ ਤਮਸਿਆ ਚੇਤਨਾ ਆਵਸਨਾ। ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਅਤੀ ਸਤਿਕਾਰਯੋਗ ਸਾਧ ਸੰਗਤ ਜੀਓ। ਵੱਡਿਆਂ ਭਾਗਾਂ ਵਾਲੇ ਹੋ। ਰੋਜ਼ਾਨਾ ਆਪਣੇ ਰੁਝੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉਦਮ ਕਰਦੇ ਹੋ। ਅੱਜ ਇਸ ਪਾਵਨ ਅਸਥਾਨ ਤੇ ਅੰਮ੍ਰਿਤ ਵੇਲੇ ਮੇਰੇ ਸਤਿਗੁਰਾਂ ਨੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਪਾਵਨ ਹੁਕਮ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਜੈਤ ਸ੍ਰੀ ਕੀ ਵਾਰ ਦੀ ਇਹ ਪੌੜੀ ਹੈ। ਇੱਕ ਸਲੋਕ ਦਰਜ ਕੀਤਾ ਹੈ। ਆਓ ਗੁਰਮੁਖੋ, ਸਤਿਗੁਰਾਂ ਨੇ ਕੀ ਹੁਕਮ ਬਖਸ਼ਿਸ਼ ਕੀਤਾ ਹੈ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ, ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੁਕਮ ਦੀ ਵਿਚਾਰ ਤੋਂ ਪਹਿਲਾਂ ਮੈਂ ਬੇਨਤੀ ਕਰਨੀ ਹੈ, ਜਿਹੜਾ ਸਾਡੀ ਸੁਪਰੀਮ ਪਾਵਰ ਹੈ, ਜਿਸ ਅਸਥਾਨ ਤੇ ਸਾਰੇ ਸਿੱਖ ਜਗਤ ਨੂੰ ਇਕੱਠੇ ਹੋਣ ਦਾ ਹੁਕਮ ਜਾਰੀ ਕੀਤਾ ਜਾਣ, ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਦਿਵਸ ਹਾਲਾਂਕਿ ਕੱਲ੍ਹ ਸੀ, ਅੱਜ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ। ਮੈਂ ਬੇਨਤੀ ਕਰਾਂ, ਇਹਨੂੰ ਕਿਸੇ ਰਾਜ ਮਿਸਤਰੀ ਨੇ ਨਹੀਂ ਬਣਾਇਆ, ਇਹਨੂੰ ਕਿਸੇ ਮਜ਼ਦੂਰ ਨੇ ਨਹੀਂ ਬਣਾਇਆ। ਇਸ ਅਕਾਲ ਤਖਤ ਸਾਹਿਬ ਦੀ ਸਿਰਜਣਾ ਸਾਡੇ ਸਿੱਖ ਵਿਦਵਾਨ ਕਹਿੰਦੇ ਨੇ, ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਮਹਾਂਪੁਰਖ, ਭਾਈ ਗੁਰਦਾਸ ਸਾਹਿਬ ਜੀ ਗੁਰੂ ਘਰ ਦੇ ਅਨੰਨ ਸੇਵਕ, ਜਿਨ੍ਹਾਂ ਨੇ ਆਪਣੇ ਕਰ ਕਮਲਾਂ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਬੈਠ ਕੇ ਤੇ ਆਦਿ ਬੀੜ ਦੀ ਸਥਾਪਨਾ ਕੀਤੀ ਸੀ, ਭਾਵ ਲਿਖਣ ਦੀ ਸੇਵਾ ਕੀਤੀ ਸੀ। ਉਹ ਮਹਾਨ ਗੁਰੂ ਘਰ ਦੇ ਅਨੰਨ ਸੇਵਕ ਤੇ ਰਿਸ਼ਤੇਦਾਰੀ ਵਿੱਚੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਾਮਾ ਜੀ ਭਾਈ ਗੁਰਦਾਸ, ਦੋਨਾਂ ਗੁਰਮੁਖਾਂ ਨੇ, ਤੇ ਤੀਸਰੇ ਮੇਰੇ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਇਹਨਾਂ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ, ਸਥਾਪਨਾ ਕੀਤੀ। ਤੇ ਸਾਡੇ ਸਿੱਖ ਵਿਦਵਾਨਾਂ ਨੇ ਜ਼ਿਕਰ ਕੀਤਾ, ਕਿਸੇ ਰਾਜ ਨੇ ਹੱਥ ਨਾ ਲਾਇਓ। ਕਿੰਨੇ ਹੱਥ ਲਾਇਆ ਜੀ? ਕਿੰਨੇ ਬਣਾਇਆ? ਕਿਸੇ ਰਾਜ ਨੇ ਹੱਥ ਨਾ। ਰਾਜ ਦੇ ਅਰਥ ਪਤਾ ਕੀ ਹੁੰਦਾ ਹੈ? ਮਿਸਤਰੀ।
ਪਿੰਡਾਂ ਦੇ ਵਿੱਚ ਆਪਾਂ ਮਕਾਨ ਬਣਾਉਣ ਵਾਲੇ ਨੂੰ ਰਾਜ ਮਿਸਤਰੀ ਕਹਿੰਦੇ, ਉਹ ਸ਼ਬਦ ਵਰਤੇ। किसी राज ने हाथ ना लायो बुढ़े और गुरदास बनाया। बुढ़े दे अर्थ बाबा बुढ़ा साहब जी, गुरदास दे भाई साहब भाई गुरदास साहब जी, ते तीसरे मेरे धन गुरु हरगोबिंद साहब। दिल्ली दा तख्त जिहड़ा सी ਉਹਦੇ ਨਾਲੋਂ ਉੱਚਾ ਤਖਤ ਬਣਾਇਆ ਤੇ ਉਸ ਵੇਲੇ ਇਹਦੀ ਉਚਾਈ ਧਰਤੀ ਤੋਂ 12 ਫੁੱਟ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਅਕਾਲ ਤਖਤ ਸਾਹਿਬ ਜੀ ਨੂੰ ਬਣਾਇਆ। ਇਹਦਾ ਕਾਰਨ ਕੀ ਸੀ? ਮਹਾਰਾਜ ਜੀ ਕਹਿੰਦੇ ਵੀ ਲੋਕ ਦਿੱਲੀ ਤਖਤ ਦੇ ਜਾਂਦੇ ਨੇ ਜਿੱਥੇ ਬਾਦਸ਼ਾਹ ਬੈਠਦਾ। ਕੌਣ ਸੀ? ਪਹਿਲਾਂ ਬਾਬਰ ਸੀ, ਹਮਾਯੂ ਆਇਆ, ਅਕਬਰ ਆਇਆ, ਜਹਾਂਗੀਰ ਬਾਦਸ਼ਾਹ ਆਇਆ। ਕਹਿਣ ਲੱਗੇ ਉੱਥੇ ਫਰਿਆਦੀ ਫਰਿਆਦ ਕਰਦੇ, ਕੋਈ ਰੋਟੀ ਮੰਗਣ ਵਾਸਤੇ ਜਾਂਦਾ ਹੈ, ਕੋਈ ਪੈਸਾ ਮੰਗਣ ਵਾਸਤੇ ਜਾਂਦਾ ਹੈ, ਕੋਈ ਮਕਾਨ ਮੰਗਣ ਵਾਸਤੇ ਜਾਂਦਾ ਹੈ, ਕੋਈ ਆਪਣੇ ਦੁੱਖਾਂ ਨੂੰ ਲੈ ਕੇ ਫਰਿਆਦ ਕਰਨ ਵਾਸਤੇ ਜਾਂਦਾ। ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਸਿੱਖੋ ਸਾਨੂੰ ਉੱਥੇ ਜਾਣ ਕੇ ਫਰਿਆਦ ਕਰਨ ਦੀ ਲੋੜ ਨਹੀਂ। ਸਾਡੇ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਨੇ ਉਹ ਸਾਡੀਆਂ ਫਰਿਆਦਾਂ ਸੁਣਿਆ ਕਰ। ਉਸ ਵੇਲੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਦਾ ਪਹਿਲਾ ਨਾਮ ਅਕਾਲ ਬੁੰਗਾ ਸੀ। ਤੇ ਮੈਂ ਕੱਲ ਵੀ ਬੇਨਤੀ ਕੀਤੀ, ਅੱਜ ਫੇਰ ਕਰਦੇ ਹਾਂ, ਕਿਉਂਕਿ ਐਤਵਾਰ ਵਾਲੇ ਦਿਨ ਛੁੱਟੀ ਹੋਣ ਦੇ ਕਾਰਨ ਤੁਸੀਂ ਘਰਾਂ ਵਿੱਚ ਵੀ ਜ਼ਿਆਦਾ ਤਾਦਾਦ ਵਿੱਚ ਸੁਣਦੇ ਹੋ, ਗੁਰੂ ਘਰ ਵਿੱਚ ਵੀ ਆਉਂਦੇ ਹੋ। ਜਦੋਂ ਇਸ ਅਕਾਲ ਤਖਤ ਸਾਹਿਬ ਦੀ ਪੂਰੀ ਤਿਆਰੀ ਹੋ ਗਈ ਨਾ, ਸਿਰਜਣਾ ਹੋ ਗਈ, ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਇਹਦਾ ਵੀ ਨਾਂ ਰੱਖੋ, ਕਿਸੇ ਦੇ ਨਾਂ ਤੇ ਰੱਖ ਦਿਓ, ਇਹ ਤੁਹਾਡੀ ਮਰਜ਼ੀ। ਤੇ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਸੀ ਬਾਬਾ ਜੀ ਇਹਦਾ ਨਾਮ ਰੱਖਾਂਗੇ ਪਰ ਕਿਸੇ ਦੇ ਨਾਂ ਤੇ ਨਹੀਂ ਰੱਖਣਾ। ਪੁੱਛਿਆ ਜੀ ਕਿਉਂ? ਕਹਿਣ ਲੱਗੇ ਸੰਸਾਰ ਵਿੱਚ ਆਉਂਦਾ ਹੈ ਬੰਦਾ ਚਲਾ ਜਾਂਦਾ ਹੈ, ਅਸੀਂ ਇਸ ਅਸਥਾਨ ਦਾ ਨਾਮ ਅਕਾਲ ਦੇ ਨਾਂ ਤੇ ਰੱਖਾਂ। ਦੁਨੀਆ ਦੇ ਬਾਦਸ਼ਾਹਾਂ ਦੇ ਝੰਡੇ ਝੂਲਦੇ ਨੇ 4 ਦਿਨ ਤੇ ਤਖਤ ਵੀ ਉਹਨਾਂ ਦੇ 4 ਦਿਨ ਕਾਇਮ ਰਹਿੰਦੇ ਨੇ, ਬਾਅਦ ਕੌਣ ਪੁੱਛਦਾ? ਪਰ ਅੱਜ ਅਸੀਂ ਉਹ ਅਕਾਲ ਤਖਤ ਦੀ ਸਿਰਜਣਾ ਕੀਤੀ ਹੈ, ਇਹਦਾ ਨਾਮ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਤੇ ਰੱਖਾਂਗੇ। ਉਸ ਅਕਾਲ ਪੁਰਖ ਦੀ ਨਾ ਤੇ ਕਦੀ ਮੌਤ ਹੁੰਦੀ ਤੇ ਨਾ ਉਹਦੇ ਤਖਤ ਨੂੰ ਕਿਸੇ ਦਾ ਕੋਈ ਡਰ, ਰਹਿੰਦੀ ਦੁਨੀਆ ਤੱਕ ਇਹ ਕਾਇਮ ਰਹੇਗਾ। ਇਹਦਾ ਨਾਮ ਰੱਖਿਆ ਸੀ ਪਹਿਲਾ ਅਕਾਲ ਬੰਗਾ, ਅੱਜ ਅਸੀਂ ਇਹਨੂੰ ਅਕਾਲ ਤਖਤ ਸਾਹਿਬ ਕਹਿੰਦੇ। ਸਾਡਾ ਇਹ ਤਖਤ ਹੈ ਤੇ ਸੱਚ ਜੇ ਗੁਰਮਖੋ ਇਹ ਕਿਸੇ ਬੰਦੇ ਦਾ ਤਖਤ ਨਹੀਂ, ਇਹ ਅਕਾਲ ਪਰਮਾਤਮਾ ਦਾ। ਅਕਾਲ ਦੇ ਅਰਥ ਹੁੰਦੇ ਨੇ ਜਿਹਦੇ ਤੇ ਮੌਤ ਦਾ ਕੋਈ ਅਸਰ ਨਾ ਹੋਵੇ, ਜਿਹਦੇ ਤੇ ਸਮੇਂ ਦਾ ਕੋਈ ਪ੍ਰਭਾਵ ਨਾ ਪਵੇ। ਬੰਦਿਆਂ ਦੀ ਮੌਤ ਤੇ ਪਰਮਾਤਮਾ ਦੀ ਨਹੀਂ। ਉਹ ਤੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਤੇ ਰੱਖਿਆ। ਸੱਚ ਜੇ ਗੁਰਮੁਖੋ ਸਮਾਂ ਆਉਂਦਾ ਰਿਹਾ, ਇਸ ਅਕਾਲ ਤਖਤ ਸਾਹਿਬ ਨੂੰ ਅਬਦਾਲੀ ਨੇ ਢਾਇਆ ਸੀ, ਉਹ ਢਹਿ ਗਿਆ ਜੇ। ਉਸ ਤੋਂ ਬਾਅਦ ਮੱਸੇ ਰੰਗੜ ਵਰਗਿਆਂ ਨੇ ਹੋਰ ਲਖਪਤ ਰਾਜੇ ਨੇ ਬਹੁਤ ਕੋਸ਼ਿਸ਼ ਕੀਤੀ ਇਸ ਅਕਾਲ ਤਖਤ ਸਾਹਿਬ ਦਾ ਨਾਮੋ ਨਿਸ਼ਾਨ ਖਤਮ ਕਰਨ ਵਾਸਤੇ, ਪਰ ਉਹਨਾਂ ਦਾ ਨਾਮ ਖਤਮ ਹੋ ਗਿਆ ਜੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕਰ ਕਮਲਾਂ ਨਾਲ ਬਣਾਇਆ ਹੋਇਆ ਅਕਾਲ ਤਖਤ ਅੱਜ ਵੀ ਕਾਇਮ ਹੈ ਤੇ ਰਹਿੰਦੀ ਦੁਨੀਆ ਤੱਕ ਕਾਇਮ ਰਹੇਗਾ। ਸਮਾਂ ਆਇਆ ਸੀ 1984 ਦਾ, ਉਸ ਵੇਲੇ ਵੀ ਇਸ ਅਕਾਲ ਤਖਤ ਸਾਹਿਬ ਨੂੰ ਢਾਇਆ ਗਿਆ ਹੈ। ਉਹ ਢਾਉਣ ਵਾਲੇ ਢਹਿ ਗਏ ਨੇ, ਪਰ ਅਕਾਲ ਦਾ ਤਖਤ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ ਤੇ ਕਾਇਮ ਰਹੇਗਾ। ਤੇ ਵੇਖੋ ਕੱਲਾ ਬਣਾਇਆ ਨਹੀਂ, ਇੱਥੇ ਲੋਕਾਂ ਦੀਆਂ ਫਰਿਆਦਾਂ ਵੀ ਸੁਣੀਆਂ ਜਾਂਦੀਆਂ। ਇਸੇ ਅਕਾਲ ਤਖਤ ਸਾਹਿਬ ਦੇ ਅਸਥਾਨ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਸਮੇਂ ਇੱਕ ਗਰੀਬ ਬ੍ਰਾਹਮਣ ਆਇਆ ਸੀ ਤੇ ਉਹਨੇ ਫਰਿਆਦ ਪਤਾ ਕੀ ਕੀਤੀ? ਕਹਿਣ ਲੱਗੇ ਮਹਾਰਾਜ ਕਸੂਰ ਦਾ ਹਾਕਮ ਹੈ, ਉਹ ਬਹੁਤ ਜ਼ੁਲਮੀ ਹੈ। ਪੁੱਛਿਆ ਜੀ ਕੀ ਕਰਦਾ? ਕਹਿਣ ਲੱਗੇ ਸਭ ਤੋਂ ਪਹਿਲਾਂ ਜਦੋਂ ਸਾਡੇ ਇਲਾਕੇ ਵਿੱਚ ਕਿਸੇ ਬੱਚੀ ਦੀ ਸ਼ਾਦੀ ਹੁੰਦੀ ਏ ਤੇ ਸ਼ਾਦੀ ਤੋਂ ਪਹਿਲਾਂ ਉਹਨੂੰ ਚੁੱਕ ਕੇ ਲੈ ਜਾਂਦਾ ਆਪਣੇ ਘਰ ਦੇ, ਬੇਪੱਤੀ ਕਰਦੇ। ਅੱਜ ਮੇਰੀ ਨੂੰਹ ਨੂੰ ਚੁੱਕ ਕੇ ਲੈ ਗਏ। ਜਿਸ ਵੇਲੇ ਆਣ ਕੇ ਫਰਿਆਦ ਕੀਤੀ ਨਾ, ਵੇਖੋ ਗੁਰਮੁਖੋ ਇਕੱਲਾ ਸਥਾਨ ਬਣਾਇਆ ਨਹੀਂ, ਤੇ ਫਰਿਆਦਾਂ ਸੁਣੀਆਂ ਵੀ ਜਾਂਦੀਆਂ ਤੇ ਕੱਲੀਆਂ ਸੁਣੀਆਂ ਨਹੀਂ ਜਾਂਦੀਆਂ, ਉਹਦੀ ਮਦਦ ਵੀ ਕੀਤੀ ਜਾਂਦੀ। ਜਿਸ ਵੇਲੇ ਫਰਿਆਦ ਕੀਤੀ, ਸਿੱਖ ਸਮਾਜ ਸਾਡੇ ਜਰਨੈਲ ਸਰਦਾਰ ਇਕੱਠੇ ਹੋਏ ਤੇ ਕਹਿਣ ਲੱਗੇ ਵੀ ਬ੍ਰਾਹਮਣ ਅਕਾਲ ਤਖਤ ਸਾਹਿਬ ਤੇ ਫਰਿਆਦੀ ਹੋਇਆ, ਇਹਦੀ ਫਰਿਆਦ ਸੁਣੀ ਜਾਵੇ। ਤੇ
ਇੱਕੋ ਹੀ ਸਿੱਖਾਂ ਨੇ ਕਹਿ ਦਿੱਤਾ ਸੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਵੀ ਇਹਦੀ ਫਰਿਆਦ ਸੁਣ ਕੇ ਕਸੂਰ ਦੇ ਉੱਤੇ ਹਮਲਾ ਕਰਾਂਗੇ। ਉਹ ਤੇ ਹਾਕਮ ਤਕੜਾ ਬੜਾ, ਕਿਲੇ ਬੜੇ ਤਕੜੇ ਨੇ, ਫੌਜਾਂ ਬਹੁਤ ਨੇ, ਸਾਡਾ ਨੁਕਸਾਨ ਬਹੁਤ ਕਰੇਗਾ, ਸਿੱਖ ਥੋੜੇ ਆ। ਤੇ ਸਿੰਘਾਂ ਨੇ ਕਹਿ ਦਿੱਤਾ ਸੀ ਗੁਰੂ ਸਾਹਿਬ ਨੇ ਅਕਾਲ ਤਖਤ ਬਣਾਇਆ ਹੀ ਤਾਂ ਜੇ ਤੇ ਫਰਿਆਦ ਨਹੀਂ ਸੁਣੀ ਜਾਣੀ ਤੇ ਬਣਾਉਂਦਾ ਕੀ, ਸਾਡਾ ਭਾਵੇਂ ਬਹੁਤ ਨੁਕਸਾਨ ਹੋ ਜਾਏ ਪਰ ਫਰਿਆਦੀ ਨੂੰ ਅਸੀਂ ਖਾਲੀ ਨਹੀਂ ਜਾਣਦੇ। ਉਸੇ ਵੇਲੇ ਸਿੱਖਾਂ ਦਾ ਜਥਾ ਤੁਰਿਆ ਸੀ ਗੁਰਮਖੋ, ਇਸ ਕਸੂਰ ਤੇ ਹਮਲਾ ਕੀਤਾ, ਉਹਦੇ ਹਾਕਮ ਨੂੰ ਫੜ ਕੇ ਸਿੱਖਾਂ ਨੇ ਮੌਤ ਦੇ ਘਾਟ ਉਤਾਰੇ। ਵੇਖੋ ਕਿੱਡੀ ਵੱਡੀ ਇਹ ਇੱਕ ਸਿੱਖ ਜਗਤ ਦੇ ਵਿੱਚ ਬਖਸ਼ਿਸ਼ ਜੇ। ਅੱਜ ਹਿੰਦੁਸਤਾਨ ਦੀ ਧਰਤੀ ਜਾਂ ਹੋਰ ਕਈ ਦੇਸ਼ਾਂ ਦੇ ਵਿੱਚ ਲਾ ਹੈ ਵੀ ਜੇ ਕੋਈ ਕਿਸੇ ਦਾ ਕਤਲ ਕਰਦਾ ਹੈ ਤੇ ਚਲੋ ਉਹਨੂੰ ਉਮਰ ਕੈਦ ਕੀਤੀ ਜਾਂਦੀ, ਹੋਰ ਸਜ਼ਾਵਾਂ, ਪਰ ਬਲਾਤਕਾਰੀ ਵਾਸਤੇ ਤੁਹਾਨੂੰ ਕਿਤੇ ਲਾ ਪੜਨ ਨੂੰ ਮਿਲੇ ਨਾ, ਜ਼ਿਆਦਾਤਰ ਤੇ ਜ਼ੋਰ ਦਿੱਤਾ ਜਾਂਦਾ ਬਲਾਤਕਾਰੀ ਨੂੰ ਕਤਲ ਕੀਤਾ ਜਾਏ, ਉਹਦਾ ਕੋਈ ਇਲਾਜ ਹੀ ਨਹੀਂ, ਕਿਉਂਕਿ ਵਹਿਸ਼ੀਆਨਾ ਖਤਮ ਤਾਂ ਹੋਏਗਾ ਜੇ ਬਲਾਤਕਾਰੀਆਂ ਦਾ ਕਤਲ ਕੀਤਾ ਜਾਏ। ਇਹ ਅੱਜ ਵੀ ਹਿੰਦੁਸਤਾਨ ਦੀ ਧਰਤੀ ਤੇ ਲਾਏ, ਭਾਵੇਂ ਚਲੋ ਨਹੀਂ ਉੱਥੇ ਕਈ ਵਾਰੀ ਮੰਨਿਆ ਜਾਂਦਾ, ਪਰ ਆਪ ਸੰਗਤਾਂ ਨੂੰ ਗਿਆਤ ਹੋਵੇ ਸਿੱਖਾਂ ਨੇ ਸਭ ਤੋਂ ਪਹਿਲੇ ਕਰ ਕਿਸੇ ਨੂੰ ਬਖਸ਼ ਦਿੰਦੇ ਸਨ, ਪਰ ਬਲਾਤਕਾਰੀ ਨੂੰ ਮੇਰੇ ਸਤਿਗੁਰੂ ਕਹਿੰਦੇ ਸੀ ਨਹੀਂ ਬਖਸ਼ਣਾ। ਇਸ ਕਸੂਰ ਦੇ ਹਾਕਮ ਨੂੰ ਸਿੱਖਾਂ ਨੇ ਮੌਤ ਦੇ ਘਾਟ ਉਤਾਰਿਆ, ਉਸ ਬ੍ਰਾਹਮਣ ਦੀ ਨੂੰਹ ਨੂੰ ਫੜ ਕੇ ਉਹਦੇ ਘਰ ਦੇ ਵਿੱਚ ਛੱਡਿਆ। ਇਹ ਫਰਿਆਦ ਅਕਾਲ ਤਖਤ ਸਾਹਿਬ ਤੇ ਸੁਣੀ ਗਈ। ਇੱਕ ਮੈਂ ਹੋਰ ਛੋਟੀ ਜਿਹੀ ਘਟਨਾ ਤੁਹਾਡੇ ਨਾਲ ਸਾਂਝੀ ਕਰ ਲੈ, ਕਿਉਂਕਿ ਅਕਾਲ ਤਖਤ ਸਾਹਿਬ ਦੀ ਸਿਰਜਣਾ ਤੁਸੀਂ ਦਿਵਸ ਮਨਾ ਰਹੇ ਹੋ। ਜਿਸ ਵੇਲੇ ਨਨਕਾਣਾ ਸਾਹਿਬ ਦੀ ਧਰਤੀ ਤੇ ਇਸ ਨਰਾਇਣੂ ਮਹੰਤ ਨੇ ਅੱਤ ਦੇ ਕੁਕਰਮ ਕਰਨੇ ਸ਼ੁਰੂ ਕਰ ਦਿੱਤੇ ਸੀ ਤੇ ਇੱਕ ਜੱਜ ਰਿਟਾਇਰ ਹੋ ਕੇ ਇਸ ਨਨਕਾਣਾ ਸਾਹਿਬ ਮੱਥਾ ਟੇਕਣ ਵਾਸਤੇ ਗਿਆ ਸੀ। ਉਹਦੇ ਮਨ ਵਿੱਚ ਸੀ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੁਸੀਂ ਕਿੱਡੀ ਵੱਡੀ ਮੇਰੇ ਤੇ ਬਖਸ਼ਿਸ਼ ਕੀਤੀ ਏ, ਮੇਰੀ ਸਾਰੀ ਨੌਕਰੀ ਬੜੀ ਸੋਹਣੇ ਢੰਗ ਦੇ ਨਾਲ ਪੂਰੀ ਹੋਈ ਜੇ, ਅੱਜ ਮੈਂ ਰਿਟਾਇਰ ਹੋ ਗਿਆ ਤੇ ਚਾਹੁੰਦਾ ਆਪਣੇ ਪਰਿਵਾਰ ਨੂੰ ਲੈ ਕੇ ਬਾਬਾ ਨਾਨਕ ਜੀ ਦੇ ਅਸਥਾਨ ਤੇ ਮੈਂ ਮੱਥਾ ਟੇਕ ਕੇ ਘਰ ਨੂੰ ਜਾਵਾਂ। ਉਹ ਜੱਜ ਰਿਟਾਇਰ ਹੋ ਕੇ ਆਇਆ, ਉਹਦੀ ਸੁਪਤਨੀ ਤੇ 13 ਸਾਲ ਦੀ ਉਹਦੀ ਧੀ ਸੀ। ਜਿਸ ਵੇਲੇ ਨਨਕਾਣਾ ਸਾਹਿਬ ਆਏ, ਇਸ ਨਰਾਇਣੂ ਮਹੰਤ ਦੇ ਗੁੰਡਿਆਂ ਨੇ ਉਸ ਪਰਿਵਾਰ ਦੀ ਜੱਜ ਦੀ ਧੀ ਦੀ ਬੇਪਤੀ ਕੀਤੀ ਤੇ ਜਿਸ ਵੇਲੇ ਬੇਪਤੀ ਕੀਤੀ ਗੁਰਮੁਖੋ, ਉਸ ਵੇਲੇ ਉਹ ਸਿੰਧੀ ਪਰਿਵਾਰ ਜਿਹੜਾ ਜੱਜ ਰਿਟਾਇਰ ਹੋ ਕੇ ਆਇਆ ਸੀ ਨਾ, ਉਹ ਸਿੱਧਾ ਅਕਾਲ ਤਖਤ ਸਾਹਿਬ ਤੇ ਪਹੁੰਚਿਆ। ਇੱਥੇ ਉਸ ਵੇਲੇ ਸਾਡੇ ਸਿੱਖ ਕੌਮ ਦੇ ਜਰਨੈਲ ਸਰਦਾਰ ਇੱਥੇ ਬੈਠੇ ਸਨ। ਇਸ ਜੱਜ ਦੀ ਘਰਵਾਲੀ ਨੇ ਰੋ ਕੇ ਆਣ ਕੇ ਸਿੱਖਾਂ ਨੂੰ ਬਚਨ ਕਹਿ ਸੀ, ਕਹਿਣ ਲੱਗੇ ਸਿੱਖੋ ਜਿੰਦੇ ਹੋ ਕੇ ਮਰ ਗਏ ਹੋ। ਪੁੱਛਿਆ ਕਿਉਂ? ਕਹਿਣ ਲੱਗੇ ਕਦੀ ਉਹ ਸਮਾਂ ਸੀ ਸਾਡੇ ਸਿੱਖ ਜਿਹੜਾ ਅਬਦਾਲੀ ਸਾਡੀਆਂ ਬਹੁ ਬੇਟੀਆਂ ਨੂੰ ਲਿਜਾ ਕੇ ਤੇ ਗਜਨੀ ਦੇ ਬਾਜ਼ਾਰ ਵਿੱਚ ਵੇਚਦਾ ਸੀ, ਤੁਸੀਂ ਉਹਨਾਂ ਨੂੰ ਛਡਾ ਕੇ ਘਰ ਪਹੁੰਚਾਉਂਦੇ ਸੋ। ਅੱਜ ਕਿਸੇ ਦੀ ਨਹੀਂ, ਸਾਡੀ ਆਪਣੀ ਬੱਚੀ ਦੀ ਬੇਪਤੀ ਹੋਈ ਏ ਤੇ ਬੇਪਤੀ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਛੋਹ ਨਨਕਾਣਾ ਸਾਹਿਬ ਦੇ ਸਥਾਨ ਤੇ ਹੋਈ ਏ। ਸਿੱਖੋੜ ਵੀ ਸੁੱਤੇ ਪਏ ਜੇ, ਹੁਣ ਨਾ ਜਾਗੋਗੇ ਤੇ ਕਦੋਂ ਜਾਗੋਗੇ? ਇਹ ਵੀ ਫਰਿਆਦ, ਇਹ ਵੀ ਆਵਾਜ਼ ਅਕਾਲ ਤਖਤ ਸਾਹਿਬ ਤੇ ਆਣ ਕੇ ਉਸ ਜੱਜ ਦੀ ਸੁਪਤਨੀ ਨੇ ਕੀਤੀ ਸੀ ਗੁਰਮੁਖੋ। ਉਸੇ ਵੇਲੇ ਸਿੱਖਾਂ ਨੇ ਮਤਾ ਪਾਤ ਕੀਤਾ ਸੀ, ਸਭ ਕੰਮ ਛੱਡ ਕੇ ਸਭ ਤੋਂ ਪਹਿਲਾਂ ਨਰਾਇਣੂ ਮਹੰਤ ਨੂੰ ਸੋਧਿਆ ਜਾਏ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਸਥਾਨ ਨੂੰ ਮਹੰਤਾ ਤੋਂ ਆਜ਼ਾਦ ਕਰਵਾਇਆ ਜਾਏ, ਅਗਲਾ ਕੰਮ ਹੋਰ ਕੋ ਬਾਅਦ ਵਿੱਚ ਕੀਤਾ ਜਾਏ। ਇਸੇ ਫਰਿਆਦ ਸੁਣੀ ਗਈ ਸੀ ਤੇ ਉਸੇ ਵੇਲੇ ਗੁਰੂ ਘਰ ਦੇ ਅਨੰਨ ਸੇਵਕ ਭਾਈ ਲਛਮਣ ਸਿੰਘ ਜੀ ਧਾਰੋਵਾਲ, ਭਾਈ ਕੇਰ ਸਿੰਘ ਜੀ, ਹੋਰ ਬੇਅੰਤ ਸਿੱਖਾਂ ਦਾ ਜਥਾ ਅਰਦਾਸ ਕਰਕੇ ਨਨਕਾਣਾ ਸਾਹਿਬ ਤੁਰਿਆ ਸੀ। ਮੇਰੇ ਕਹਿਣ ਦਾ ਭਾਵ ਗੁਰਮੁਖੋ, ਇਹ ਤੇ ਮੈਂ ਦੋ ਹੀ ਘਟਨਾ ਸਾਂਝੀਆਂ ਕੀਤੀਆਂ ਨੇ ਨਾ, ਇੱਥੇ ਹਰੇਕ ਦੀ ਫਰਿਆਦ ਸੁਣੀ ਜਾਂਦੀ ਹੈ। ਜੇ ਕੋਈ ਧਨ ਮੰਗਣ ਵਾਸਤੇ ਆਉਂਦਾ ਹੈ ਗਰੀਬ, ਉਹਦੀ ਝੋਲੀ ਵਿੱਚ ਧਨ ਦੌਲਤ ਪਾਈ ਜਾਂਦੀ। ਜੇ ਕੋਈ ਮਦਦ ਮੰਗਣ ਵਾਸਤੇ ਆਉਂਦਾ ਹੈ, ਉਹਦੀ ਮਦਦ ਕੀਤੀ ਜਾਂਦੀ ਏ। ਇਹ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਹਿ ਦਿੱਤਾ ਸੀ, ਸਿੱਖੋ ਤੁਹਾਨੂੰ ਦਿੱਲੀ ਦੇ ਅਕਾਲ ਤਖਤ ਉੱਤੇ ਤਖਤਾਂ ਤੇ ਜਾ ਕੇ, ਦਿੱਲੀ ਦੇ ਬਾਦਸ਼ਾਹਾਂ ਦੇ ਦਰਬਾਰਾਂ ਵਿੱਚ ਜਾ ਕੇ ਫਰਿਆਦ ਕਰਨ ਦੀ ਲੋੜ ਨਹੀਂ। ਇਹ ਗੁਰੂ ਨਾਨਕ ਦੇ ਘਰ ਦਾ ਅਕਾਲ ਤਖਤ ਜੇ ਸਦਾ ਵਾਸਤੇ ਖੁੱਲਾ ਜੇ, ਇੱਥੇ ਫਰਿਆਦਾਂ ਕਰੋ ਤੇ ਤੁਹਾਡੀਆਂ ਫਰਿਆਦਾਂ ਸੁਣੀਆਂ ਜਾਣ। ਇਹ ਅਕਾਲ ਤਖਤ ਸਾਹਿਬ ਦੀ ਸਿਰਜਣਾ ਗੁਰਮੁਖੋ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕੀਤੀ ਸੀ। ਅੱਜ ਜਦੋਂ ਤੁਸੀਂ ਹਰਿਮੰਦਰ ਸਾਹਿਬ ਜਾਂਦੇ ਹੋ,
ਹਰੇਕ ਗੁਰਸਿੱਖ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਤੇ ਸਿੱਧਾ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਦਾ ਹੈ। ਇਹ ਮਹਾਰਾਜ ਜੀ ਦੀਆਂ ਮਹਾਨ ਬਖਸ਼ਿਸ਼ਾਂ ਰਹਿੰਦੀ ਦੁਨੀਆ ਤੱਕ ਕਾਇਮ ਰਹਿਣਗੀਆਂ। ਆਓ ਅੱਜ ਦਾ ਜੋ ਮਹਾਰਾਜ ਜੀ ਨੇ ਸਾਨੂੰ ਹੁਕਮ ਬਖਸ਼ਿਸ਼ ਕੀਤਾ ਹੈ, 5-7 ਮਿੰਟ ਦਾ ਸਮਾਂ ਬਚਿਆ ਹੈ, ਉਹਦੇ ਵਿੱਚ ਮਹਾਰਾਜ ਜੀ ਦੇ ਹੁਕਮ ਦੀ ਵਿਚਾਰ ਸਾਂਝੀ ਕਰ ਲਈਏ। ਹਜੂਰ ਦਾ ਸ਼ਲੋਕ ਹੈ, ਬਸੰਤ ਸਵਰਗ ਲੋਕ ਹੈ ਜਿਤਤੇ ਪ੍ਰਿਥਵੀ ਨਵ ਖੰਡਣਾ ਹੈ। ਇੱਕ ਸ਼ਬਦ ਵੱਲ ਧਿਆਨ ਦਿਆ ਜੀ। ਬਸੰਤ ਦੇ ਅਰਥ ਹੁੰਦੇ ਨੇ ਵਸਣਾ, ਸਵਰਗ ਦੇ ਅਰਥ ਹੁੰਦੇ ਨੇ ਸਵਰਗ ਵਰਗੀ ਧਰਤੀ ਤੇ। ਲੋਕ ਹੈ, ਲੋਕੇ ਦੇ ਅਰਥ ਨੇ ਲੋਕ, ਬਹੁਤੀ ਗਿਣਤੀ ਵਿੱਚ। ਜਿਤਤੇ ਜਿੰਨੇ ਵੀ, ਪ੍ਰਿਥਵੀ, ਪ੍ਰਿਥਵੀ ਦੇ ਅਰਥ ਨੇ ਧਰਤੀ। ਨਵ ਖੰਡਣਾ ਹੈ, ਨਵ ਦੇ ਅਰਥ ਨੇ 9, ਖੰਡਣੇ ਦੇ ਅਰਥ ਨੇ ਖੰਡ। ਇਸ ਪੂਰੀ ਧਰਤੀ ਨੂੰ, ਜਿੰਨੀ ਵੀ ਸਾਡੀ ਧਰਤੀ ਹੈ 7 ਸਮੁੰਦਰਾਂ ਦੇ ਵਿੱਚ ਘਿਰੀ ਪਈ, ਇਹਨੂੰ ਵਿਦਵਾਨਾਂ ਨੇ 9 ਖੰਡ ਦਾ ਨਾਲ ਬਿਆਨ ਕੀਤਾ। ਤੇ ਇਕੱਲਾ ਅੱਜ ਦੇ ਸਾਇੰਸ ਨੇ ਨਹੀਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਇਸ ਧਰਤੀ ਨੂੰ 9 ਖੰਡ ਨਾਲ ਬਿਆਨ ਕੀਤਾ। ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ, ਉੱਥੇ ਹਜ਼ੂਰ ਨੇ ਸ਼ਬਦ ਵਰਤਿਆ, ਜੇ ਜੁਗ ਚਾਰੇ ਆਰਜ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ। ਇੱਕ ਦੇਸ਼ ਦਾ ਨਹੀਂ, 2 ਦੇ, ਪੂਰੇ ਵਿਸ਼ਵ ਦੀ ਗੱਲ ਕੀਤੀ ਨੇ ਮਹਾਰਾਜ ਨੇ ਗੁਰੂ ਨਾਨਕ। ਤੇ ਉਹਨੂੰ ਪੂਰੇ ਵਿਸ਼ਵ ਦੀ ਧਰਤੀ ਨੂੰ ਬਿਆਨ ਕਰਨ ਵਾਸਤੇ ਸਤਿਗੁਰਾਂ ਨੇ 9 ਖੰਡ ਧਰਤੀ ਦਾ ਨਾਮ, ਨਵਾਂ ਖੰਡਾਂ ਵਿੱਚ ਜਾਣੀਆਂ, ਨਾਲ ਚਲੇ ਸਭ। ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਵੀ ਨਵਖੰਡ ਵਰਤਦੇ ਪਏ ਨੇ। ਤੇ ਟੋਡੀ ਰਾਗ ਵਿੱਚ ਇੱਕ ਸ਼ਬਦ ਹੁੰਦਾ ਹੈ ਮਹਾਰਾਜ ਜੀ ਦਾ, ਉੱਥੇ ਵੀ ਨਵਖੰਡ ਸ਼ਬਦ ਵਰਤੇ। ਟੋਡੀ ਮਹੱਲਾ 5ਵਾਂ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੇ ਜਾਂ ਕੋ ਓਟ ਤੁਹਾਰੀ। ਬਿਨ ਸਿਮਰਨ ਜੋ ਜੀਵਨ ਬਲਣਾ, ਬਿਨ ਸਿਮਰਨ ਜੋ ਜੀਵਨ ਬਲਣਾ, ਸਿਮਰਨ ਤੋਂ ਬਿਨਾਂ ਜੀਵਨ ਬਲਣਾ ਦੇ ਅਰਥ ਨੇ ਬਤੀਤ ਕਰਨਾ। ਸਰਪ ਜੈਸੇ ਰਜਾਰੀ, ਤੇ ਅਗਲੀ ਪੰਕਤੀ ਪਤਾ ਕੀ, ਨਵ ਖੰਡਨ ਕੋ ਰਾਜ ਕਮਾਵੇ। ਇੱਕ ਦੇਸ਼ ਦਾ ਨਹੀਂ, 2 9 ਖੰਡਾ ਪੂਰੀ ਧਰਤੀ ਦਾ ਰਾਜ ਕਮਾ ਲੇ, ਅੰਤ ਚਲੇ ਗੁਆਰੀ। ਮੇਰੇ ਕਹਿਣ ਦਾ ਭਾਵ ਵੀ 9 ਖੰਡ ਜਿਹੜਾ ਹੈ ਨਾ, ਇਹ ਅੱਜ ਸਾਇੰਸ ਨਹੀਂ ਵਰਤ ਰਹੀ। ਸਤਿਗੁਰਾਂ ਨੇ ਕਿੰਨਾ ਸਮਾਂ ਪਹਿਲਾਂ ਇਸ ਪੂਰੀ ਧਰਤੀ ਨੂੰ ਇਹ ਇਨਾਮ ਦਿੱਤਾ ਸੀ, 9 ਖੰਡ। ਉਹ ਅੱਜ ਬਚਨ ਕਹਿੰਦੇ ਪਏ ਨੇ, ਇੱਕ ਦੇਸ਼ ਦੀ ਗੱਲ ਨਹੀਂ, 2 ਦੇਸ਼ਾਂ ਦੀ ਗੱਲ ਨਹੀਂ। ਮਹਾਰਾਜ ਕਹਿੰਦੇ ਨੇ ਪੂਰੀ ਵਿਸ਼ਵ ਦੀ ਜਿਹੜੀ ਧਰਤੀ ਹੈ, ਕਿਸੇ ਦੇਸ਼ ਦੀ ਵੀ, ਪਰ ਕਹਿਣ ਲੱਗੇ ਸਵਰਗਾਂ ਨਾਲੋਂ ਵੀ ਸੋਹਣੀ ਧਰਤੀ ਤੇ ਬੰਦਾ ਵਸ ਰਿਹਾ ਹੋਵੇ। ਪਰ ਇੱਕ ਗੱਲ ਧਿਆਨ ਦੇ ਵਿੱਚ ਰੱਖਿਆ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਪੁੱਛਿਆ ਜੀ ਕੀ, ਕਹਿਣ ਲੱਗੇ ਬਿਸਰੰਤ ਹਰ ਗੋਪਾਲ ਹੈ। ਬਿਸਰੰਤ ਦੇ ਅਰਥ ਨੇ ਵਿਸਰ ਜਾਣ, ਹਰ ਦੇ ਅਰਥ ਨੇ ਹਰੀ, ਗੋਪਾਲੇ ਦੇ ਅਰਥ ਨੇ ਧਰਤੀ ਦੇ ਜੀਵਾਂ ਦੀ ਪਾਲਣਾ ਕਰਨ ਵਾਲਾ। ਗੋ ਮੈਣਾ ਧਰਤੀ, ਪਾਲ ਦੇ ਅਰਥ ਨੇ ਪਾਲਣਾ ਕਰਨ ਵਾਲਾ। ਜਿਸ ਬੰਦੇ ਨੂੰ ਧਰਤੀ ਦੇ ਜੀਵਾਂ ਦੀ ਪਾਲਣਾ ਕਰਨ ਵਾਲਾ ਹਰੀ ਪਰਮਾਤਮਾ ਵਿਸਰ ਜਾਏ, ਨਾਨਕ ਤੇ ਪ੍ਰਾਣੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਹੇ ਨਾਨਕ, ਭਾਵ ਆਪਣੇ ਆਪ ਨੂੰ ਕਹਿ ਕੇ ਸੰਬੋਧਨ ਕਰਕੇ ਲੋਕਾਂ ਨੂੰ ਸੁਣਾਉਂਦੇ ਪਏ, ਤੇ ਪ੍ਰਾਣੀ ਉਦਿਆਨ ਭਰਮਣਾ ਹੈ। ਉਦਿਆਨ ਦੇ ਅਰਥ ਵਿਦਵਾਨਾਂ ਨੇ ਕੀਤੇ ਨੇ ਜੰਗਲ, ਭਰਮਣੇ ਦੇ ਅਰਥ ਨੇ ਭੜਕਣਾ। ਜਿਵੇਂ ਬੰਦਾ ਕੋਈ ਜੰਗਲ ਵਿੱਚ ਗਵਾਚ ਜਾਏ ਨਾ, ਤੇ ਉਹਦਾ ਮੈਪ ਵੀ ਕੰਮ ਕਰਨਾ ਬੰਦ ਕਰ ਦੇ, ਉਹਨੂੰ ਬਾਹਰ ਦਾ ਰਸਤਾ ਵੀ ਨਾ ਮਿਲੇ, 4 ਚੁਫੇਰੇ ਡਰ ਵੀ ਹੋਵੇ, ਪਤਾ ਨਹੀਂ ਕਿਹੜੇ ਪਾਸੇ ਜੰਗਲੀ ਜਾਨਵਰਾਂ ਨੇ ਹਮਲਾ ਕਰ ਦੇਣਾ, ਅਟੈਕ ਕਰ ਦੇਣਾ। ਉਹ ਕਹਿਣ ਲੱਗੇ ਵਿਚਾਰਾ ਭੜਕਦਾ ਹੈ, ਕੰਬਦਾ ਹੈ ਵੀ ਕੀ ਬਣੇਗਾ, ਰਸਤਾ ਨਹੀਂ ਮਿਲ ਰਿਹਾ। ਜਿਵੇਂ ਇੱਕ ਜੰਗਲ ਦੇ ਵਿੱਚ ਰਾਹ ਭਟਕਿਆ ਬੰਦਾ ਭਟਕਦਾ ਹੈ, ਡਰਦਾ ਹੈ, ਉਹਨੂੰ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਮੌਤ ਆ ਜਾਣੀ, ਕਿੱਧਰ ਜਾਵਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਭਾਵੇਂ ਸਵਰਗਾਂ ਵਰਗੀ ਧਰਤੀ ਤੇ ਵਸਦਾ ਹੋਵੇ, ਅਤ ਦੀ ਸੁੰਦਰ ਧਰਤੀ ਤੇ ਰਹਿ ਰਿਹਾ ਹੋਵੇ, ਪਰ ਜੇ ਉਸ ਬੰਦੇ ਨੂੰ ਵਾਹਿਗੁਰੂ ਭੁੱਲ ਗਿਆ, ਪਰਮਾਤਮਾ ਭੁੱਲ ਗਿਆ, ਤੇ ਉਸ ਬੰਦੇ ਦੀ ਜ਼ਿੰਦਗੀ ਇੱਕ ਭਟਕੇ ਹੋਏ ਬੰਦੇ ਦੀ ਨਿਆਈ, ਜਿਹੜਾ ਜੰਗਲ ਵਿੱਚ ਭਟਕ ਰਿਹਾ, ਭਾਵ ਖਵਾਰ ਹੁੰਦਾ, ਜਿਹਨੂੰ ਭੁੱਲ ਜਾਂਦਾ ਹੈ ਪਰਮਾਤਮਾ। ਸੱਚ ਜੇ ਗੁਰਮੁਖੋ ਹਰੀ ਭੁੱਲਦਾ ਹੈ ਤੇ ਬੰਦਾ ਦੁਖੀ ਨਹੀਂ ਭੁੱਲਣਾ ਚਾਹੀਦਾ। ਤੇ ਅੱਜ ਸਾਡੀ ਬਦਕਿਸਮਤੀ ਪਤਾ ਕੀ, ਸਾਨੂੰ ਸਭ ਕੁਝ ਯਾਦ ਹੈ, ਜੇ ਭੁੱਲ ਗਿਆ ਤੇ ਵਾਹਿਗੁਰੂ ਭੁੱਲ ਗਿਆ। ਵੇਖੋ 4 ਅੱਖਰ ਨੇ ਵਾਹਿਗੁਰੂ ਦੇ, ਬੰਦਾ ਬਹੁਤ ਕੁਝ ਯਾਦ ਕਰ ਦਿੰਦਾ, ਆਪਣੇ ਦਿਮਾਗ ਦੀ ਮੈਮਰੀ ਵਿੱਚ ਬਹੁਤ ਕੁਝ ਭਰੀ ਬੈਠਾ, ਪਰ ਇਹਦੀ ਮੈਮਰੀ ਦੇ ਵਿੱਚ ਵਾਹਿਗੁਰੂ ਸ਼ਬਦ ਨਹੀਂ ਜਿਉਂਦਾ, ਭੁੱਲ ਗਿਆ। ਕੀ ਕੁਝ ਬੰਦਾ ਯਾਦ ਰੱਖਦਾ ਤੇ ਕੀ ਕੁਝ ਭੁੱਲਦਾ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜ਼ਿਕਰ ਕੀਤਾ ਖਾਣਾ ਪੀਣਾ ਹੱਸਣਾ ਸੌਣਾ, ਚਾਰ ਚੀਜ਼ਾਂ ਯਾਦ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਣੀ, ਇੱਕੋ ਨਾਮ ਧਿਆਵੋ ਆਪਣੀ ਪਤ ਸੇਤੀ ਕਰ ਜਾ। ਵੇਖੋ ਗੁਰਮਖੋ, ਜਦੋਂ ਰੱਬ ਭੁੱਲਦਾ ਹੈ ਨਾ ਤੇ ਕਿੰਨੇ ਕੁ ਦੁੱਖ ਆਉਂਦੇ। ਮਹਾਰਾਜ ਜੀ ਕਹਿੰਦੇ ਨੇ ਭਲਿਆ ਗਿਣੇ ਨਹੀਂ ਜਾਣ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਵੇ ਮੁਖ ਹੋਏ ਰਾਮ ਤੇ ਲੱਗਨ ਜਨਮ ਵਿਜੋਗ। ਮਹਾਰਾਜ ਕਹਿਣ ਲੱਗੇ ਸਿੱਖਾ ਤੇਰੇ ਕੋਲ ਸਭ ਕੁਝ ਹੋਵੇ, ਪਰ ਜਿੱਥੇ ਸਭ ਕੁਝ ਉੱਥੇ ਨਾਮ ਵੀ ਹੋਣਾ ਚਾਹੀਦਾ। ਹਰੀ ਦੀ ਯਾਦ ਨਾ ਭੁੱਲ ਜਾਏ, ਨਹੀਂ ਤੇ ਦੁਖੀ ਹੋਏ। ਮਹਾਰਾਜ ਜੀ ਦੇ ਬੜਾ ਸੋਹਣਾ ਸ਼ਬਦ ਉਚਾਰਨ ਕੀਤਾ। ਸ੍ਰੀ ਰਾਗ ਦਾ ਪਹਿਲਾ ਸ਼ਬਦ ਹੈ ਮੋਤੀ ਤਾਂ ਮੰਦਰ ਉਸ ਰਹਿ ਬਿਸਰੰਤ ਹਰ ਗੋਪਾਲੇ। ਜਿਹਨੂੰ ਰੱਬ ਭੁੱਲ ਜਾਂਦਾ ਉਹਦਾ ਹਾਲ ਕੀ ਹੁੰਦਾ। ਮਹਾਰਾਜ ਜੀ ਕਹਿੰਦੇ ਨੇ ਮੋਤੀ ਤਾਂ ਮੰਦਰ ਉਸ ਰਹਿ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀ ਪਾਵੇ ਚਾਓ, ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿਤ ਨਾ ਆਵੇ ਨਾ, ਹਰ ਬਿਨ ਜੀਓ ਜਲ ਬਲ ਜਾਉ, ਮੈਂ ਆਪਣਾ ਗੁਰਪੂਸ਼ ਦੇਖਿਆ ਅਵਰ ਨਹੀਂ ਤਾਂ। ਪਰਮਾਤਮਾ ਜਿੱਤੇ ਸਭ ਕੁਝ ਦਿੱਤਾ ਹੀ ਨਾ, ਸੋਹਣਾ ਮਕਾਨ ਦਿੱਤਾ ਹੀ, ਘਰ ਦਿੱਤਾ ਹੀ, ਸਾਰੇ ਸੁੱਖ ਦਿੱਤੇ ਹੀ, ਉੱਥੇ ਆਪਣਾ ਨਾਮ ਵੀ ਨਹੀਂ, ਕਿਉਂਕਿ ਨਾਮ ਭੁੱਲ ਗਿਆ ਤੇ ਦੁਖੀ ਹੋਵਾਂਗੇ। ਮਹਾਰਾਜ ਜੀ ਕਹਿੰਦੇ ਨੇ ਬਿਸਰੰਤ ਹਰ ਗੋਪਾਲੇ, ਨਾਨਕ ਤੇ ਪ੍ਰਾਣੀ ਉਦਿਆਨ ਭਰਮ ਨੇ, ਉਹ ਭੜਕਦੇ ਨੇ। ਕੌਤਕ ਕੋੜ ਤਮਾਸਿਆ ਚਿਤ ਨਾ ਅਵਸ ਨਾ। ਕਰੋੜਾਂ ਬੰਦੇ ਦੇ ਕੋਲ ਇੰਜੋਏ ਕਰਨ ਵਾਸਤੇ ਸਾਧਨ ਹੋਣ, ਰੰਗ ਤਮਾਸ਼ੇ ਹੋਣ, ਪਰ ਮਹਾਰਾਜ ਜੀ ਕਹਿਣ ਲੱਗੇ ਇਹਨਾਂ ਦੇ ਵਿੱਚ ਜੇ ਵਾਹਿਗੁਰੂ ਭੁੱਲ ਗਿਆ, ਨਾਨਕ ਕੋੜੀ ਨਰਕ ਬਰਾਬਰ ਉਜੜ ਸੋਈ ਥਾਂ, ਉਹਨਾਂ ਦੇ ਵਿੱਚੋਂ ਇੰਜੋਏ ਨਹੀਂ ਹੋਣਾ। ਦੁਨੀਆ ਦੇ ਪਦਾਰਥਾਂ ਵਿੱਚੋਂ, ਚੀਜ਼ਾਂ ਦੇ ਵਿੱਚੋਂ ਆਨੰਦ ਨਹੀਂ। ਕਹਿਣ ਲੱਗੇ ਉਹਨਾਂ ਦੇ ਵਿੱਚੋਂ ਤੇ ਕੇਵਲ ਦੁੱਖ ਹੀ ਪੱਲੇ ਪਏਗਾ। ਉਹ ਤੇ ਇਸ ਤਰ੍ਹਾਂ ਹੈ ਜਿਵੇਂ ਉਜਾੜ ਨਗਰੀ ਵਿੱਚ ਵਸ ਰਿਹਾ। ਪੌੜੀ ਦੇ ਵਿੱਚ ਮਹਾਰਾਜ ਜੀ ਨੇ ਜ਼ਿਕਰ ਕੀਤਾ ਮਹਾ ਭਿਆਨ ਉਦਿਆਨ ਨਗਰ ਕਰਮਾਨੇ। ਉਹ ਬੰਦਿਆ ਆ ਸੰਸਾਰ ਤੇ ਇੱਕ ਜੰਗਲ ਸੀ, ਤੇ ਜੰਗਲ ਵੀ ਉਹ ਜਿਹੜਾ ਬਹੁਤ ਡਰਾਉਣਾ ਸੀ, ਭਿਆਨਕ ਸੀ, ਪਰ ਕਹਿਣ ਲੱਗੇ ਇਹਨੂੰ ਤੂੰ ਸੱਚ ਕਰਕੇ ਮੰਨ ਲਿਆ, ਇਹ ਤੇ ਤੂੰ ਸਦਾ ਬੈਠੇ ਰਹਿਣਾ। ਨਾ ਬੰਦੇ ਨੇ ਸਦਾ ਰਹਿਣਾ ਤੇ ਸੱਚ ਜਾਣੇ ਜੇ, ਨਾ ਇਸ ਧਰਤੀ ਰੂਪੀ ਨਗਰ ਨੇ ਰਹਿਣਾ। ਸਭ ਕੁਝ ਫਨਾ ਹੋਣ ਵਾਲਾ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕਹਿ। ਖੈਰ ਮਹਾਰਾਜ ਜੀ ਕਹਿੰਦੇ ਨੇ ਝੂਠ ਸਮਗਰੀ ਪੇਕ ਸੱਚ ਕਰ ਜਾਂਦੇ ਆ। ਅੱਜ ਤੇਰੇ ਕੋਲ ਮਾਇਆ ਹੈ, ਸੋਹਣਾ ਮਹੱਲ ਹੈ, ਸੋਹਣੀਆਂ ਗੱਡੀਆਂ, ਸਾਰੀ ਸਮਗਰੀ ਹੈ ਨਾ, ਇਹ ਝੂਠੀਆਂ ਨੇ, ਇੱਕ ਦਿਨ ਖਤਮ ਹੋ ਜਾਣਾ ਹੈ। ਮਾਇਆ ਚਲ ਜੇ ਤੇ ਸਾਰਾ ਕੁਝ ਚਲਾ ਜਾਂਦਾ। ਕਈ ਵਾਰੀ ਲੱਖਪਤੀ ਬੰਦਾ ਵੀ ਨਾ ਕੱਖਪਤੀ ਬਣ ਜਾਂਦਾ, ਕਿਉਂਕਿ ਬਿਜ਼ਨਸ ਠੱਪ ਹੋ ਜਾਏ ਤੇ ਪਤਾ ਨਹੀਂ ਕਿਹੜੇ ਵੇਲੇ ਸਾਰੇ ਸੁੱਖ ਚਲੇ ਜਾਂਦੇ। ਮਹਾਰਾਜ ਕਹਿੰਦੇ ਨੇ ਤੇ ਸਮਗਰੀਆਂ ਝੂਠੀਆਂ ਨੇ, ਉਹ ਪਤਾ ਨਹੀਂ ਕਿਹੜੇ ਵੇਲੇ ਖਤਮ ਹੋ ਜਾਣੀਆਂ। ਸੱਚ ਕਰ ਜਾਣੇ ਆ ਤੇ ਉਹਨਾਂ ਨੂੰ ਸੱਚ ਸਮਝੀ ਬੈਠਾ। ਕਾਮ ਕ੍ਰੋਧ ਅਹੰਕਾਰ ਫਿਰ ਇਹ ਦੀਵਾਨੇ। ਉਹ ਬੰਦਿਆ ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ, ਹੰਕਾਰ ਦੇ ਵਿੱਚ ਤੂੰ ਦੀਵਾਨਾ ਆਇਆ ਫਿਰਦਾ, ਝੱਲਾ ਹੋਇਆ ਫਿਰਦਾ। ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ, ਜਿਸ ਵੇਲੇ ਮੌਤ ਆਉਣੀ ਜਮਾਂ ਦਾ ਡੰਡਾ ਸਿਰ ਵਿੱਚ ਵੱਜਣਾ ਹੈ, ਉਸ ਵੇਲੇ ਪਛਤਾਏਗਾ ਵੀ ਪਰਮਾਤਮਾ ਨੂੰ ਜੇ ਨਾ ਭੁਲਾਉਂਦਾ ਤੇ ਜਮਾਂ ਦੀ ਮਾਰ ਨਹੀਂ ਸੀ ਪੈਣ। ਪਰ ਬੰਦੇ ਨੇ ਹੰਕਾਰ ਵਿੱਚ ਆਣ ਕੇ ਰੱਬ ਨੂੰ ਭੁਲਾ ਦਿੱਤਾ। ਮਹਾਰਾਜ ਜੀ ਕਹਿੰਦੇ ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ। ਬਿਨਾ ਗੁਰੂ ਤੋਂ ਜਿਹੜਾ ਜੀਵਨ ਬਤੀਤ ਕਰਦਾ ਨਾ ਬੰਦਾ, ਉਹ ਸ਼ੈਤਾਨ ਦੀ ਤਰ੍ਹਾਂ ਜੀਵਨ ਬਤੀਤ ਕਰਦਾ, ਕਿਉਂਕਿ ਗੁਰੂ ਨੇ ਹੀ ਸ਼ੈਤਾਨ ਤੋਂ ਇਹਨੂੰ ਭਗਵਾਨ ਬਣਾਉਣਾ, ਇਹਨੂੰ ਸਿਆਣਾ ਬਣਾਉਣਾ। ਪਰ ਗੁਰੂ ਦੀ ਮੱਤ ਲਈ ਨਹੀਂ, ਅਸੀਂ ਵਕਾਰਾਂ ਵਿੱਚ ਹੰਕਾਰ ਵਿੱਚ ਜ਼ਿੰਦਗੀ ਕੱਢ ਦਿੱਤੀ ਤੇ ਮਹਾਰਾਜ ਜੀ ਕਹਿੰਦੇ ਨੇ ਸ਼ੈਤਾਨ ਦੀ ਤਰ੍ਹਾਂ ਜ਼ਿੰਦਗੀ ਬਤੀਤ ਕੀਤੀ। ਤੇ ਸ਼ੈਤਾਨ ਦਾ ਤੇ ਹਵਾਨ ਦਾ ਹਾਲ ਕੀ ਹੁੰਦਾ ਹੈ? ਜਮਾਂ ਦੇ ਵਸ ਵਿੱਚ ਪੈਣਾ ਪੈਂਦਾ। ਸਤਿਗੁਰੂ ਕਿਰਪਾ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਡੰਡੋਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੀ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਆਨੰਦ ਗੁਣ ਨਿਧਾਨ ਗੁਰੂ ਗਰੀਬ ਨਿਵਾਜ, ਗਰੀਬ ਨਿਵਾਜ, ਗਰੀਬ ਨਿਵਾਜ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਦੀਵਾਨ ਸਮਰਪਿਤ ਹੈ ਜਿੱਥੇ ਅਕਾਲ ਤਖਤ ਦੇ ਸਿਰਜਣਹਾਰ ਦਿਵਸ ਨੂੰ ਮੁੱਖ ਰੱਖਦਿਆਂ ਹੋਇਆ ਉੱਥੇ ਹੀ ਸਿੱਖ ਗੁਰਦੁਆਰਾ ਸੈਨੋ ਜੀ, ਜਿੱਥੇ ਆਪ ਜੀ ਨੇਤਾ ਪ੍ਰਤੀ ਆ ਕੇ ਗੁਰੂ ਦੇ ਚਰਨਾਂ ਨਾਲ ਜੁੜਦੇ ਹੋ, ਗੁਰੂ ਘਰ ਨੂੰ ਹੋਰ ਹਾਲ ਦੀ ਉਸਾਰੀ ਦੀ ਪਰਮੇਸ਼ਰ ਮਿਲੀ ਹੈ। ਸੰਗਤਾਂ ਦੇ ਵਿੱਚ, ਪ੍ਰਬੰਧਕ ਸੇਵਾਦਾਰਾਂ ਦੇ ਅੰਦਰ, ਸਾਰੀ ਸੰਗਤ ਦੇ ਵਿੱਚ ਇਹ ਬਹੁਤ ਖੁਸ਼ੀ ਮਾਣ ਵਾਲੀ ਗੱਲ ਹੈ, ਜਿੱਥੇ ਨਿਤਾ ਪ੍ਰਤੀ ਆਪਾਂ ਸਤਿਗੁਰੂ ਦੇ ਦਰ ਤੇ ਪਹੁੰਚ ਕੇ ਕੀਰਤਨ ਕਥਾ ਸਰਵਣ ਕਰਦੇ ਹਾਂ, ਉੱਥੇ ਇਸ ਗੁਰੂ ਘਰ ਨੂੰ ਹੋਰ ਚੜ੍ਹਦੀ ਕਲਾ ਵਿੱਚ ਲੈ ਕੇ ਜਾਣ ਦੀ ਖੁਸ਼ੀ ਦੇ ਵਿੱਚ ਅੱਜ ਦੇ ਦੀਵਾਨਾਂ ਦੀ ਸੇਵਾ ਹੁਣੇ ਆਪ ਜੀ ਨੇ ਇਸ ਖੁਸ਼ੀ ਦੇ ਵਿੱਚ ਰੱਖੇ ਸ੍ਰੀ ਸਾਹਿਬ ਪਾਠ ਦੇ ਭੋਗ ਸਰਵਣ ਕੀਤੇ ਹਨ। ਉੱਥੇ ਹੀ ਹਫ਼ਤਾਵਾਰੀ ਦੀਵਾਨ ਦੀ ਸੇਵਾ ਰਿਕਾਰਡਿੰਗ ਕਰਕੇ ਘਰ ਘਰ ਦੇ ਵਿੱਚ ਪਹੁੰਚਾਉਣ ਦੀ ਸੇਵਾ ਭਾਈ ਅਮਰੀਕ ਸਿੰਘ ਜੀ ਮੀਕਾ, ਜਿਹੜੇ ਕਿ ਲਾਈਵ ਕੀਰਤਨ ਰਿਕਾਰਡਿੰਗ ਕਰਕੇ ਫੇਸਬੁੱਕ ਦੇ ਰਾਹੀਂ ਘਰਾਂ ਦੇ ਵਿੱਚ ਪਹੁੰਚਾਉਣ ਦੀ ਸੇਵਾ ਕਰ ਰਹੇ ਹਨ। ਉਹਨਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਹੋ ਰਹੀ ਹੈ। ਇਹ ਸੇਵਾ ਉਹਨਾਂ ਦੇ ਸਪੁੱਤਰ ਜਸਟਨ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸੇਵਾ ਹੋ ਰਹੀ ਹੈ ਅੱਜ ਦੇ ਦੀਵਾਨਾਂ ਦੇ ਵਿੱਚ। ਉੱਥੇ ਹੀ ਉਸ ਪਰਿਵਾਰ ਨੇ 3 ਦਿਨ ਤੋਂ ਲੈ ਕੇ ਗੁਰੂ ਦੇ ਲੰਗਰ ਦੇ ਵਿੱਚ ਪਰਿਵਾਰ ਸਮੇਤ ਬੜੀ ਚਾਅ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰ ਰਹੇ ਹਨ। ਇਹ ਅੱਜ ਦੇ ਦੀਵਾਨ ਜਿਨ੍ਹਾਂ ਦੀ ਖੁਸ਼ੀ ਦੇ ਵਿੱਚ ਆਪਾਂ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਕੇ ਅਰਦਾਸ ਬੇਨਤੀ ਕਰਨੀ ਹੈ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਵਡ ਭਾਗੇ ਹਨ ਇੱਥੇ ਦੀ ਸੰਗਤ, ਵਡ ਭਾਗੇ ਹੈ ਇੱਥੇ ਦੇ ਪ੍ਰਬੰਧਕ ਜਨ, ਜਿਨ੍ਹਾਂ ਨੂੰ ਸਤਿਗੁਰਾਂ ਨੇ ਏਡਾ ਵੱਡਾ ਮਾਣ ਬਖਸ਼ਿਸ਼ ਕੀਤਾ ਹੈ। ਸੰਸਾਰ ਭਰ ਦੇ ਵਿੱਚ ਇਸ ਗੁਰੂ ਘਰ ਦੀ ਜਿਧਰੇ ਵੀ ਜਾਈਏ ਬੜੀ ਚੜ੍ਹਦੀ ਕਲਾ ਲਈ ਬਚਨ ਕਰਦੇ ਹਨ ਕਿ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹੈ। ਕੈਲੀਫੋਰਨੀਆ ਦੇ ਵਿੱਚ ਇਹ ਗੁਰੂ ਘਰ ਬੜੀ ਹੀ ਚੜ੍ਹਦੀ ਕਲਾ ਵਿੱਚ ਚੱਲ ਰਿਹਾ ਹੈ। ਸੋ ਉੱਥੇ ਹੀ ਧੰਨਤਾ ਦੇ ਯੋਗ ਇੱਥੇ ਦੀ ਸੰਗਤ, ਇੱਥੇ ਦੇ ਪ੍ਰਬੰਧਕ ਜਨ, ਜਿਨ੍ਹਾਂ ਨੇ ਬੜੀ ਤਨ ਮਨ ਧਨ ਦੇ ਨਾਲ ਸੇਵਾ ਕਰ ਰਹੇ ਹਨ। ਦੂਜੇ ਪਾਸੇ ਆਪਾਂ ਉਹਨਾਂ ਨੂੰ ਵੀ ਯਾਦ ਕਰੀਏ, ਉਹ ਗੁਰੂ ਦਾ ਸਿੱਖ ਜਿਨ੍ਹਾਂ ਨੇ ਗੁਰੂ ਘਰ ਵਿਖੇ 12 ਘੰਟੇ ਬਹਿ ਕੇ
ਇਸ ਤੇ ਸੇਵਾ ਕੀਤੀ ਹੈ। ਉਹਨਾਂ ਨੇ ਇਹ ਨਹੀਂ ਵੇਖਿਆ ਕਿ ਮੇਰਾ ਸਰੀਰ ਕੈਸਾ ਹੈ। ਸਰੀਰ ਇਜਾਜ਼ਤ ਦਿੰਦਾ ਹੈ ਕਿ ਸੇਵਾ ਕਰੀਏ ਕਿ ਨਾ ਕਰੀਏ। ਉਹ ਹਨ ਸਵਰਗਵਾਸੀ ਸਰਦਾਰ ਅਜੀਤ ਸਿੰਘ ਜੀ ਬੈਣੀਵਾਲ, ਜਿਨ੍ਹਾਂ ਨੇ ਸਵੇਰੇ 7 ਵਜੇ ਤੋਂ ਲੈ ਕੇ ਤਕਰੀਬਨ ਰਾਤੀ 8-10 ਵਜੇ ਤੱਕ ਸੇਵਾ ਕਰਨੀ ਹੈ ਗੁਰੂ ਘਰ ਵਿਖੇ ਰਹਿ ਕੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਇਹੋ ਜਿਹੇ ਗੁਰਸਿੱਖਾਂ ਦੀ ਇਹ ਦੇਣ ਹੈ ਜਿਨ੍ਹਾਂ ਨੇ ਬੜੀ ਮਨ ਭਾਵਨਾ ਦੇ ਨਾਲ ਸੇਵਾ ਕੀਤੀ ਹੈ। ਅੱਜ ਉਹਨਾਂ ਦਾ ਵੀ ਥੈਂਕ ਯੂ, ਧੰਨਵਾਦ ਕਰੀ ਜਿਨ੍ਹਾਂ ਨੇ ਇਹ ਆਰੰਭ ਕੀਤਾ ਸੀ। ਸੋ ਆਓ ਦਾਸ ਦੇ ਜਥੇ ਵੱਲੋਂ ਸਮੂਹ ਸਾਧ ਸੰਗਤ ਨੂੰ ਅਤੇ ਇੱਥੇ ਦੇ ਪ੍ਰਬੰਧ ਜਨਾਂ ਨੂੰ ਬਹੁਤ ਬਹੁਤ ਮੁਬਾਰਕਾਂ।